ਅਸੀਂ ਐਕਚੁਅਲੀ ਜੰਤਰ ਮੰਤਰ ਗਏ ਸੀਗੇ ਤੇ ਜਿਵੇਂ ਕਿ ਕਿਸਾਨਾਂ ਦੀ ਅਸੀਂ ਇੰਟਰਵਿਊ ਕੀਤੀ ਤੇ ਸਾਡਾ ਜੋ ਮੀਡੀਆ ਹੁੰਦਾ ਨਿਰਪੱਖ ਹੁੰਦਾ, ਸਿਰਫ ਇੱਕ ਪਾਸਾ ਨਹੀਂ ਦਿਖਾ ਸਕਦਾ, ਹਰ ਇੱਕ ਪੱਖ ਦਿਖਾਉਣਾ ਬਹੁਤ ਜ਼ਿਆਦਾ ਜ਼ਰੂਰੀ ਹੁੰਦਾ। ਜਿਸ ਦੇ ਚੱਲਦੇ ਅਸੀਂ ਦਿਖਾਇਆ ਕਿ ਜੇ ਕਿਸਾਨਾਂ ਦੇ ਦਿਲ ਦੇ ਵਲਵਲੇ ਨਹੀਂ, ਜੇ ਉਹਨਾਂ ਦੇ ਸਵਾਲ ਨਹੀਂ, ਤਾਂ ਕਿਉਂ ਨਾ ਜਾ ਕੇ ਜੰਤਰ ਮੰਤਰ ਤੇ ਜਿਹੜੇ ਵਿਧਾਇਕ ਸਾਡੇ MP ਬੈਠੇ ਹੋਏ ਨੇ ਉਹਨਾਂ ਨੂੰ ਵੀ ਦਿਖਾਇਆ ਜਾਵੇ ਕਿ ਉਹ ਵੀ ਕਿਸਾਨਾਂ ਦੇ ਲਈ ਬੈਠੇ ਹੋਏ ਨੇ। ਪਰ ਉੱਥੇ ਸਵਾਲ ਇੱਕ ਇਹ ਵੀ ਉੱਠਦਾ ਸੀ ਕਿ ਕਿਸਾਨਾਂ ਦੇ ਦਿਲਾਂ ਵਿੱਚ ਰਾਜਨੀਤਿਕ ਪਾਰਟੀਆਂ ਨੂੰ ਲੈ ਕੇ ਕਿਸੇ ਵੀ ਤਰ੍ਹਾਂ ਦਾ ਹੁਣ ਕੋਈ ਵੀ ਯਕੀਨ ਨਹੀਂ ਬਚਿਆ ਹੈਗਾ। ਸੋ ਇਸੇ ਦੇ ਚੱਲਦੇ ਕੁਝ ਕਿਸਾਨਾਂ ਦੇ ਸਵਾਲ ਲੈ ਕੇ ਅਸੀਂ ਜੰਤਰ ਮੰਤਰ ਰਵਨੀਤ ਬਿੱਟੂ ਜੀ ਜਿਹੜੇ MP ਨੇ ਤੇ ਨਾਲ ਹੀ ਕੁਲਵੀਰ ਜ਼ੀਰਾ ਜੀ ਉਹਨਾਂ ਨੂੰ ਮਿਲਣ ਦੇ ਲਈ ਉੱਥੇ ਪਹੁੰਚੇ ਸੀ। ਪਰ ਉੱਥੇ ਜਸਬੀਰ ਗਿੱਲ ਡਿੰਪਾ ਜਿਨ੍ਹਾਂ ਨੂੰ ਕਿਹਾ ਜਾਂਦਾ ਹੈ ਉਹ ਵੀ ਉੱਥੇ ਮੌਜੂਦ ਸਨ। ਰਵਨੀਤ ਬਿੱਟੂ ਜੀ ਤੇ ਜ਼ੀਰਾ ਉੱਥੇ ਨਹੀਂ ਮੌਜੂਦ ਸਨ। ਜਿਸ ਦੇ ਚੱਲਦਿਆਂ ਅਸੀਂ ਪਹਿਲਾਂ ਜਾ ਕੇ ਪੁੱਛਿਆ ਕਿ ਅਸੀਂ ਰਵਨੀਤ ਬਿੱਟੂ ਜੀ ਨੂੰ ਮਿਲਣਾ, ਤਾਂ ਉਹਨਾਂ ਨੇ ਕਿਹਾ ਨਹੀਂ ਪਹਿਲਾਂ ਮੇਰੀ ਇੰਟਰਵਿਊ ਕਰੋ ਤੇ ਉਹ ਕਿਸੇ ਕਾਰਨ ਕਰਕੇ ਇੱਥੇ ਨਹੀਂ ਹੈਗੇ, ਤੁਸੀਂ ਪਹਿਲਾਂ ਮੇਰੀ ਕਰ ਲਓ ਫਿਰ ਉਹਨਾਂ ਦੇ ਨਾਲ ਵੀ ਮਿਲਾ ਦਾਂਗੇ। ਅਸੀਂ ਉਹਨਾਂ ਨੂੰ ਦੁਬਾਰਾ ਕਿਹਾ ਕਿ ਨਹੀਂ ਅਸੀਂ ਉਹਨਾਂ ਨੂੰ ਮਿਲਣ ਲਈ ਆਏ ਆ, ਤਾਂ ਥੋੜੇ ਜਿਹੇ ਔਖੇ ਹੋ ਰਹੇ ਸੀ ਤੇ ਬਾਰ-ਬਾਰ ਕਹਿ ਰਹੇ ਕਿ ਸੀ ਨਹੀਂ ਮੈਂ MP ਆ ਮੇਰੀ ਕਰੋ। ਤੇ ਜਿਸ ਦੇ ਚੱਲਦਿਆਂ ਫਿਰ ਅਸੀਂ ਉਹਨਾਂ ਦੀ ਜਿਹੜੀ ਹੈ ਇੰਟਰਵਿਊ ਸਟਾਰਟ ਕਰ ਦਿੱਤੀ ਤੇ ਮੈਂ ਸਿੰਪਲ ਜਿਹਾ ਸਵਾਲ ਉਹਨਾਂ ਨੂੰ ਇਹ ਪੁੱਛਿਆ ਕਿ ਅੱਜ ਕੋਈ ਵੀ ਕਿਸਾਨ ਜਿਹੜਾ ਭਾਵੇਂ ਉਹ ਕਿਸੇ ਵੀ ਵਰਗ ਤੋਂ ਹੈ, ਭਾਵੇਂ ਉਹ ਕਿਸਾਨ ਹੈ ਵੀ ਹੈ ਜਾਂ ਨਹੀਂ ਵੀ ਹੈ, ਪਰ ਕਿਸਾਨੀ ਅੰਦੋਲਨ ਦੇ ਵਿੱਚ ਜਿਹੜਾ ਆਇਆ ਹੋਇਆ ਹੈ, ਜੇਕਰ ਉਹ ਅੱਜ ਕਿਸੇ ਰਾਜਨੀਤਿਕ ਪਾਰਟੀ ਤੇ ਬਲੀਵ ਨਹੀਂ ਕਰ ਰਿਹਾ, ਯਕੀਨ ਨਹੀਂ ਕਰ ਪਾਉਂਦਾ, ਉਹਨੂੰ ਨਹੀਂ ਵਿਸ਼ਵਾਸ ਆ ਰਿਹਾ, ਤਾਂ ਇਸ ਦਾ ਸਿੱਧਾ ਕਾਰਨ ਕਿਹਨੂੰ ਮੰਨਦੇ ਹੋ? ਜੇ ਮੇਰੇ ਪੁਆਇੰਟ ਆਫ ਵਿਊ ਨਾਲ ਦੇਖਿਆ ਜਾਵੇ ਤਾਂ ਬਹੁਤ ਸਾਰੇ ਜਵਾਬ ਇਹਦੇ ਨਿਕਲਦੇ ਨੇ, ਉਹ ਵੀ ਆਪਣਾ ਪੁਆਇੰਟ ਆਫ ਵਿਊ ਦੱਸ ਸਕਦੇ ਸੀ, ਆਪਣਾ ਜਵਾਬ ਰੱਖ ਸਕਦੇ ਸੀਗੇ, ਪਰ ਉਹਨਾਂ ਨੇ ਕਿਹਾ ਮੈਂ ਇਸ ਦਾ ਜਵਾਬ ਨਹੀਂ ਦੇਣਾ, ਮੈਨੂੰ ਮੇਰੇ ਬਾਰੇ ਪੁੱਛੋ, ਮੈਨੂੰ ਹੋਰਨਾਂ ਬਾਰੇ ਨਹੀਂ ਪੁੱਛਣਾ। ਪਰ ਮੈਂ ਉੱਥੇ ਕਿਸਾਨਾਂ ਦੇ ਸਵਾਲ ਲੈ ਕੇ ਗਈ ਸੀ ਕਿਉਂਕਿ RPD 24 ਲਗਾਤਾਰ ਕਿਸਾਨਾਂ ਦੀ ਕਵਰੇਜ ਦਿਖਾ ਰਿਹਾ, ਬਾਰ-ਬਾਰ 26 ਨਵੰਬਰ ਤੋਂ ਅਸੀਂ ਕਿਸਾਨਾਂ ਦੇ ਨਾਲ ਤੁਰੇ ਸੀ। ਸੋ ਸਾਡੇ ਕੋਲ ਬਹੁਤ ਸਾਰੇ ਸਵਾਲ ਸੀ ਕਿਸਾਨਾਂ ਦੇ, ਜੋ ਅਸੀਂ ਹਾਲਾਤ ਦੇਖੇ ਨੇ, ਕਈਆਂ ਦੇ ਪੈਰਾਂ ਵਿੱਚ ਜੁੱਤੀਆਂ ਵੀ ਨਹੀਂ ਸੀ ਤੇ ਕਈ ਅਪਾਹਜ ਜੋ ਵੀ ਉਹ ਇੱਥੇ ਆਏ ਹੋਏ ਨੇ, ਛੋਟੇ-ਛੋਟੇ ਬੱਚੇ ਇੱਥੇ ਆਏ ਹੋਏ ਨੇ। ਸੋ ਜੋ ਸਾਡੇ ਦਿਲ ਤੇ ਬੀਤੀ ਉਹਨਾਂ ਨੂੰ ਦੇਖ ਕੇ ਬੜੇ ਵੱਡੇ ਸਵਾਲ ਖੜੇ ਹੋ ਰਹੇ ਸੀ। ਸੋ ਇਹ ਉਹਨਾਂ ਤੋਂ ਪੁੱਛਣੇ ਬਣਦੇ ਸੀ ਜੋ ਉੱਥੇ ਜੰਤਰ ਮੰਤਰ ਤੇ ਜਾ ਕੇ ਧਰਨੇ ਦੇ ਰਹੇ ਨੇ ਕਿਸਾਨਾਂ ਦੇ ਹੱਕ ਵਿੱਚ। ਸੋ ਮੈਂ ਉਹਨਾਂ ਨੂੰ ਕਿਹਾ ਅਸੀਂ ਵੀ ਕਿਸਾਨਾਂ ਦੇ ਹੱਕ ਵਿੱਚ ਆਏ ਹਾਂ, ਸੋ ਤੁਸੀਂ ਵੀ ਕਿਸਾਨਾਂ ਦੇ ਹੱਕ ਵਿੱਚ ਹੀ ਆਏ। ਸੋ ਕਿਸਾਨੀ ਨੂੰ ਲੈ ਕੇ ਪਹਿਲ ਦੇ ਆਧਾਰ ਤੇ ਸਵਾਲ ਤਾਂ ਕਿਸਾਨਾਂ ਨੂੰ ਲੈ ਕੇ ਬਣਦੇ ਨੇ। ਸੋ ਮੈਂ ਉਹਨਾਂ ਨੂੰ ਫਿਰ ਤੋਂ ਕਿਹਾ ਕਿ ਠੀਕ ਹੈ ਮੈਂ ਉਹ ਵੀ ਪੁੱਛਾਂਗੀ, ਪਰ ਪਹਿਲਾਂ ਮੇਰੇ ਸਵਾਲ ਦਾ ਜਵਾਬ ਮੈਨੂੰ ਨਹੀਂ ਮਿਲਿਆ, ਕਿਸਾਨਾਂ ਦੇ ਸਵਾਲ ਦਾ ਜਵਾਬ ਨਹੀਂ ਮਿਲਿਆ, ਪਹਿਲਾਂ ਤੁਸੀਂ ਉਹ ਸਵਾਲ ਦੇ ਦਿਓ। ਉਸ ਤੋਂ ਬਾਅਦ ਉਹਨਾਂ ਨੇ ਮੈਨੂੰ ਕਿਹਾ, ਪਹਿਲਾਂ ਜਦੋਂ ਸ਼ੁਰੂਆਤ ਹੋਈ ਸੀ ਗੱਲ ਦੀ, ਜਦੋਂ ਇੰਟਰਵਿਊ ਉਹਨਾਂ ਨੇ ਸਟਾਰਟ ਕੀਤੀ ਸੀ, ਉਦੋਂ ਹੀ ਉਹ ਤੂੰ ਤੜਾਂਗ ਕਰਕੇ ਗੱਲ ਕਰਨ ਲੱਗ ਪਏ ਸੀਗੇ, ਉਦੋਂ ਹੀ ਸਾਨੂੰ ਕਹਿਣ ਲੱਗ ਪਏ ਸੀ ਤੁਸੀਂ ਤਾਂ ਇੱਥੇ ਅੱਗ ਲਾਉਣ ਦੇ ਲਈ ਆਏ ਹੋ। ਸੋ ਬਾਅਦ ਵਿੱਚ ਸਾਨੂੰ ਕਹਿਣ ਲੱਗੇ ਤੁਹਾਡਾ ਮੀਡੀਆ ਜਿਹੜਾ ਹੈ ਕਿਸਾਨਾਂ ਨੂੰ ਤਾਰ-ਤਾਰ ਕਰਨ ਦੀ ਕੋਸ਼ਿਸ਼ ਕਰਦਾ, ਤਾਂ ਅਸੀਂ ਉਹਨਾਂ ਨੂੰ ਕਿਹਾ ਸੀ ਤਾਰ-ਤਾਰ ਕਰਨ ਦੀ ਕੋਸ਼ਿਸ਼ ਨਹੀਂ ਕਰਦੇ, ਅਸੀਂ 26 ਨਵੰਬਰ ਤੋਂ ਕਿਸਾਨਾਂ ਦੇ ਨਾਲ ਤੁਰੇ ਹਾਂ। ਮੇਰਾ ਇਹ ਉਹਨਾਂ ਨੂੰ ਜਵਾਬ ਸੀ, ਜਿਸ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਤੂੰ ਆਪਣੀ ਆਵਾਜ਼ ਨੀਵੀਂ ਰੱਖ। ਉੱਥੇ ਇੱਕ ਵਕਤ ਲਈ ਮੈਂ ਚੁੱਪ ਕਰ ਵੀ ਜਾਂਦੀ, ਮੈਨੂੰ ਤੂੰ ਕਹਿਣ ਤੇ ਮੈਂ ਚੁੱਪ ਕਰ ਵੀ ਜਾਂਦੀ, ਪਰ ਸਵਾਲ ਮੇਰਾ ਨਹੀਂ ਸੀ, ਸਵਾਲ ਮੀਡੀਆ ਦਾ ਸੀ। ਸਵਾਲ ਸਿਰਫ ਸਾਡੇ ਚੈਨਲ ਦਾ ਨਹੀਂ ਸੀ, ਸਵਾਲ ਉਹ ਸਾਰੇ ਪੰਜਾਬ ਦੇ ਮੀਡੀਆ ਦਾ ਸੀ ਜਿਸ ਦੇ ਉੱਪਰ ਅੱਜ ਕਿਸਾਨਾਂ ਦੀਆਂ ਨਿਗਾਹਾਂ ਟਿਕੀਆਂ ਹੋਈਆਂ ਨੇ। ਸਵਾਲ ਸੀਗਾ ਮੀਡੀਆ ਦੇ ਵਜੂਦ ਦਾ, ਉਹਦੀ ਵੈਲਿਊ ਦਾ, ਜੋ ਕਿ ਉਹ ਤੂੰ ਕਹਿ ਕੇ ਇੱਕ ਵੈਲਿਊ ਪ੍ਰਚਾਰ ਕਰ ਰਹੇ ਸੀ ਕਿ ਕੀ ਵੈਲਿਊ ਉਹਨਾਂ ਦੀ ਨਜ਼ਰਾਂ ਦੇ ਵਿੱਚ ਮੀਡੀਆ ਦੀ। ਇਸ ਲਈ ਮੈਂ ਉਹਨਾਂ ਨੂੰ ਕਿਹਾ ਕਿ ਤੁਸੀਂ ਤੂੰ ਕਹਿ ਕੇ ਗੱਲ ਨਾ ਕਰੋ ਜੀ। ਮੈਂ ਉਹਨਾਂ ਦੇ ਪਿੱਛੇ ਜੀ ਲਾਇਆ, ਪਰ ਫਿਰ ਵੀ ਉਹਨਾਂ ਨੇ ਮਾਈਕ ਖੋਇਆ। ਉਸ ਤੋਂ ਬਾਅਦ ਉਹਨਾਂ ਨੇ ਸਾਡਾ ਕੈਮਰਾ ਤੋੜਨ ਦੀ ਕੋਸ਼ਿਸ਼ ਕੀਤੀ। ਉਹਨੂੰ ਕੈਮਰਾ ਆਪਰੇਟ ਕਰਨਾ ਨਹੀਂ ਸੀ ਆਉਂਦਾ, ਉਹਨਾਂ ਨੂੰ ਚਲਾਉਣਾ ਨਹੀਂ ਆਉਂਦਾ, ਨਹੀਂ ਸੀ ਪਤਾ ਕਿ ਕਿੱਦਾਂ ਡਿਲੀਟ ਹੋਣਾ ਵਿੱਚੋਂ ਸਾਰਾ ਡਾਟਾ ਕਿੱਦਾਂ ਨਹੀਂ, ਪਰ ਉਹਨਾਂ ਨੇ ਪੂਰੀ ਕੋਸ਼ਿਸ਼ ਕੀਤੀ। ਉਹਨਾਂ ਨੇ ਕੈਮਰੇ ਦਾ ਜੋ ਲੈਂਸ ਹੈ ਉਹ ਵੀ ਟੁੱਟ ਚੁੱਕਿਆ ਹੈ ਤੇ ਸਾਡਾ ਮਾਈਕ ਜਿਹੜਾ ਆਹੀ ਮਾਈਕ ਸੀ ਉਹਨੂੰ ਸੈਲੋ ਟੇਪ ਦੇ ਨਾਲ ਅਸੀਂ ਜੋੜਿਆ ਹੋਇਆ ਹੈ। ਤੇ ਆ ਦੇਖੋ ਜੀ, ਆ ਵੀ ਜਿਹੜੀ ਹੈ ਇਹ ਟੇਪ ਲੱਗੀ ਹੋਈ ਹੈ, ਸੈਲੋ ਟੇਪ, ਇੱਥੇ ਵੀ ਸੈਲੋ ਟੇਪ ਲੱਗੀ ਹੋਈ ਹੈ। ਇਹ ਸਾਰਾ ਸੈਲੋ ਟੇਪ ਦੇ ਨਾਲ ਜੋੜਿਆ ਗਿਆ ਮਾਈਕ ਹੈ, ਇਸ ਨੂੰ ਤੋੜ ਦਿੱਤਾ। ਉਸ ਤੋਂ ਬਾਅਦ ਉਹਨਾਂ ਦੀ ਕੋਈ ਟੀਮ ਆਈ ਤੇ ਸਭ ਤੋਂ ਪਹਿਲਾਂ ਤਾਂ ਟੀਮ ਆਉਣ ਤੋਂ ਪਹਿਲਾਂ ਉੱਥੇ 3-4 ਬੰਦੇ ਹੋਰ ਆਏ ਜਿਨ੍ਹਾਂ ਨੇ ਆ ਕੇ ਸੁਰਿੰਦਰ ਭਾਜੀ ਨੂੰ ਫੜਿਆ ਕਿਉਂਕਿ ਇਹ ਕੈਮਰਾ ਨਹੀਂ ਸੀ ਛੱਡ ਰਹੇ ਤੇ ਉਹਨਾਂ ਤੋਂ ਬਾਰ-ਬਾਰ ਕੈਮਰਾ ਖੋ ਰਹੇ ਸੀ ਤੇ ਡਿਲੀਟ ਕਰਨ ਦੀ ਕੋਸ਼ਿਸ਼ ਕਰ ਰਹੇ ਸੀ। ਉਹਨਾਂ ਨੇ ਇਹਨਾਂ ਤੋਂ ਆ ਕੇ ਕੈਮਰਾ ਫੜਿਆ ਤੇ ਪਰ ਇਹਨਾਂ ਨੇ ਕੈਮਰਾ ਨਹੀਂ ਛੱਡਿਆ, ਮੈਂ ਮਾਈਕ ਨਹੀਂ ਛੱਡਿਆ ਤੇ ਮੈਨੂੰ ਇਹਨਾਂ ਤੱਕ ਪਹੁੰਚਣ ਨਹੀਂ ਸੀ ਦਿੱਤਾ ਜਾ ਰਿਹਾ। ਉੱਥੇ ਦਿੱਲੀ ਦੀ ਪੁਲਿਸ ਖੜੀ ਹੋਈ ਸੀ ਜੰਤਰ ਮੰਤਰ ਤੇ, ਬਹੁਤ ਸਾਰੇ ਪੁਲਿਸ ਅਧਿਕਾਰੀ ਖੜੇ ਹੁੰਦੇ ਨੇ, ਕਰਮਚਾਰੀ, ਕਾਂਸਟੇਬਲ, ਤੇ ਉਹ ਸਾਰੇ ਖੜ ਕੇ ਤਮਾਸ਼ਾ ਦੇਖ ਰਹੇ ਸੀ। ਮੈਂ ਉਹਨਾਂ ਨੂੰ ਕਿਹਾ ਕਿ ਪਲੀਜ਼ ਮੇਰੇ ਕੈਮਰਾਮੈਨ ਨੂੰ ਛੁਡਾਇਆ ਜਾਵੇ ਕਿਉਂਕਿ ਇਹਨਾਂ ਨੂੰ 3-4 ਬੰਦਿਆਂ ਨੇ ਫੜਿਆ ਸੀ। ਉਹ ਅੱਗੋਂ ਹੱਸ ਰਹੇ ਸੀ, ਉਹਨਾਂ ਨੇ ਮਾਸਕ ਵੀਅਰ ਕੀਤੇ ਸੀ ਪਰ ਪਤਾ ਲੱਗ ਰਿਹਾ ਸੀ ਹਾਵ ਭਾਵ ਤੋਂ ਕਿ ਉਹਨਾਂ ਦੇ ਮੂੰਹ ਤੇ ਹਾਸਾ ਆ ਰਿਹਾ ਸੀ। ਕਿੰਨੀ ਦੇਰ ਤੱਕ ਇਹਨਾਂ ਨੂੰ ਬੰਦਕ ਦੇ ਪੋਜੀਸ਼ਨ 'ਚ ਰੱਖਿਆ ਗਿਆ ਔਰ ਤੁਹਾਡੇ ਨਾਲ ਬਸਲੂਕੀ ਚੱਲਦੀ ਰਹੀ, ਕਿੰਨੀ ਦੇਰ ਦੀ ਘਟਨਾ ਰਹੀ? 20 ਮਿੰਟ ਦੀ ਘਟਨਾ ਰਹੀ ਹੋਏਗੀ।
ਕਿਉਂਕਿ ਹਾਂਜੀ ਜਿੰਨਾ ਕੁ ਮੇਰੀ ਯਾਦ ਦੇ ਵਿੱਚ ਹੈ, ਕਿਉਂਕਿ ਇਹ ਜੋ ਰਿਕਾਰਡਿੰਗ ਹੋਈ ਹੈ ਉਹ ਤਾਂ ਕੁਝ ਕੁ ਮਿੰਟ ਦੀ ਹੈ। ਉਸ ਤੋਂ ਬਾਅਦ ਸਾਨੂੰ ਉਦੋਂ ਤੱਕ ਨਹੀਂ ਆਉਣ ਦਿੱਤਾ ਗਿਆ ਜਦੋਂ ਤੱਕ ਉਹਨਾਂ ਦੀ ਇੱਕ ਟੀਮ ਨਹੀਂ ਆਈ। ਉਹਨਾਂ ਦੀ ਟੀਮ ਨੇ ਆ ਕੇ ਸਾਡੀ ਕੈਮਰੇ ਚੈੱਕ ਕੀਤੇ ਕਿ ਕੈਮਰੇ ਵਿੱਚ ਕੋਈ ਰਿਕਾਰਡਿੰਗ ਤਾਂ ਨਹੀਂ ਰਹਿ ਗਈ। ਫਿਰ ਉਹਨਾਂ ਦੀ ਟੀਮ ਨੇ ਇਹ ਚੈੱਕ ਕੀਤਾ ਕਿ ਜਿਹੜਾ ਕਾਰਡ ਹੈ ਉਹਦੇ ਵਿੱਚ ਕੈਮਰੇ ਉਹਦੇ ਵਿੱਚ ਕੋਈ ਰਿਕਾਰਡਿੰਗ ਤਾਂ ਨਹੀਂ ਰਹਿ ਗਈ। ਉਸ ਤੋਂ ਬਾਅਦ ਸਾਨੂੰ ਆਉਣ ਦਿੱਤਾ ਗਿਆ। ਪੂਰੀ ਕੋਸ਼ਿਸ਼ ਕੀਤੀ ਗਈ ਕਿ ਉੱਥੋਂ ਡਿਲੀਟ ਕਰਕੇ ਸਾਰਾ ਡੇਟਾ ਫਿਰ ਸਾਨੂੰ ਵਾਪਸ ਭੇਜਿਆ ਜਾਵੇ, ਪਰ ਸੁਰਿੰਦਰ ਭਾਜੀ ਨੇ ਉਦੋਂ ਥੋੜਾ ਜਿਹਾ ਹੌਸਲਾ ਕੀਤਾ ਔਰ ਚੋਰੀ ਜਿਹੜਾ ਕਾਰਡ ਸੀਗਾ ਰਿਕਾਰਡਿੰਗ ਵਾਲਾ ਉਹ ਕੱਢ ਕੇ ਪਹਿਲਾਂ ਹੀ ਆਪਣੀ ਪਾਕਟ 'ਚ ਪਾ ਲਿਆ ਸੀਗਾ। ਹਾਂਜੀ ਤੇ ਕੋਈ ਕਾਂਗਰਸ ਦੇ ਹੋਰ ਵੀ ਸੀਗੇ ਜਾਂ ਵਿਧਾਇਕ ਜਾਂ ਐਮਪੀ ਜਿਨ੍ਹਾਂ ਨੇ ਉਹਨਾਂ ਨੇ ਜੇ ਸੀਗੇ ਤੇ ਉਹਨਾਂ ਨੇ ਤੁਹਾਨੂੰ ਕੋਈ ਵਿੱਚ ਬਚਾ ਨਹੀਂ ਕੀਤਾ? ਨਹੀਂ, ਉਹਨਾਂ ਨੇ ਸਾਨੂੰ ਕੋਈ ਬਚਾ ਨਹੀਂ ਕੀਤਾ। ਹਾਂਜੀ ਉਹਨਾਂ ਨੇ ਜਾ ਕੇ ਉੱਥੇ ਸਾਨੂੰ ਉਹ ਇਹ ਨਹੀਂ ਪਤਾ ਕਿ ਉੱਥੋਂ ਦੇ ਵਿਧਾਇਕ ਸੀ ਜਾਂ ਕੀ ਸੀ, ਪਰ ਉਹ ਪਾਰਟੀ ਦੇ ਨਾਲ ਸੀਗੇ। ਪਾਰਟੀ ਦੇ ਨਾਲ 3-4 ਬੰਦੇ ਹੋਰ ਸੀ, ਉਹਨਾਂ ਦੇ ਵਿੱਚ ਇੱਕ ਮਹਿਲਾ ਵੀ ਸ਼ਾਮਿਲ ਸੀ ਜੋ ਕਿ ਅਰਾਊਂਡ 30 ਉਹਨਾਂ ਦੀ ਏਜ ਲੱਗ ਰਹੀ ਸੀ ਔਰ ਸ਼ਾਇਦ ਉਹ ਅਨਮੈਰਿਡ ਸੀ ਜਿੱਥੋਂ ਤੱਕ ਮੇਰਾ ਖਿਆਲ ਹੈ, ਜੇ ਮੈਂ ਅੰਦਾਜ਼ਾ ਲਗਾਵਾਂ ਤਾਂ ਉਹਨਾਂ ਨੇ ਉਹਨਾਂ ਨੂੰ ਰੋਕਣ ਦੀ ਬਜਾਏ ਮੈਨੂੰ ਧੱਕਾ ਦੇ ਕੇ ਪਿੱਛੇ ਕੀਤਾ ਔਰ ਬਾਰ-ਬਾਰ ਇਹੀ ਕਹਿ ਰਹੇ ਸੀ ਕੋਈ ਗੱਲ ਨਹੀਂ, ਕੁਝ ਨਹੀਂ ਹੋਇਆ। ਉਹਨਾਂ ਦੇ ਲਈ ਕੁਝ ਨਹੀਂ ਸੀ ਹੋਇਆ। ਇੱਕ ਐਮਪੀ ਜਿਹਨੂੰ ਅਸੀਂ ਚੋਣਾਂ ਦੇ ਕੇ ਜਿਤਾਇਆ ਅੱਜ ਉਹ ਸਾਡੇ ਤੇ ਹੱਥ ਚੁੱਕ ਰਿਹਾ, ਪਰ ਉਹਨਾਂ ਲਈ ਇਹ ਕੋਈ ਵੱਡੀ ਗੱਲ ਨਹੀਂ ਸੀ। ਮੀਡੀਆ ਤੇ ਹੱਥ ਚੁੱਕਣਾ ਉਹਨਾਂ ਲਈ ਕੋਈ ਵੱਡੀ ਗੱਲ ਨਹੀਂ ਸੀ। ਇਸ ਲਈ ਬਾਰ-ਬਾਰ ਮੈਨੂੰ ਕਹਿ ਰਹੇ ਸੀ ਕਿ ਸਾਨੂੰ ਮੀਡੀਆ ਦੀ ਜ਼ਰੂਰਤ ਵੀ ਨਹੀਂ ਹੈ, ਤੁਸੀਂ ਜਾ ਸਕਦੇ ਹੋ ਇੱਥੋਂ, ਠੀਕ ਹੈ। ਔਰ ਉਹਨਾਂ ਦਾ ਇਹ ਵੀ ਜਿਹੜੀ ਆਫ ਕੈਮਰਾ ਗੱਲ ਹੋਈ ਉਸ ਤੋਂ ਬਾਅਦ ਜੋ ਸਾਨੂੰ ਉੱਥੇ ਬਿਠਾ ਕੇ ਰੱਖਿਆ ਗਿਆ ਜਦੋਂ ਤੱਕ ਕੈਮਰਾ ਨਹੀਂ ਦਿੱਤਾ, ਤਾਂ ਉਹਨਾਂ ਨੇ ਇਹ ਵੀ ਕਿਹਾ ਕਿ ਇੱਥੇ ਨੈਸ਼ਨਲ ਮੀਡੀਆ ਵੀ ਤਾਂ ਆਂਦਾ, ਉਹ ਇਦਾਂ ਦੇ ਸਵਾਲ ਨਹੀਂ ਪੁੱਛਦਾ। ਯਾਨੀ ਕਿ ਤੁਹਾਡੇ ਕਹਿਣ ਦਾ ਇਹ ਮਤਲਬ ਹੈ ਕਿ ਜਿਹੜੇ ਸਵਾਲ ਤੁਹਾਨੂੰ ਪਸੰਦ ਨੇ ਪਹਿਲਾਂ ਆਫ ਕੈਮਰਾ ਤੁਹਾਡੇ ਕੋਲ ਰਿਕਾਰਡ ਲਿਆ ਜਾਵੇ ਕਿ ਤੁਹਾਨੂੰ ਕਿੱਦਾਂ ਦੇ ਸਵਾਲ ਪਸੰਦ ਨੇ, ਉਸ ਤੋਂ ਬਾਅਦ ਤੁਹਾਡੇ ਜਿਹੜੇ ਸਾਰੇ ਸਵਾਲ ਤੁਹਾਡੇ ਤੋਂ ਪੁੱਛੇ ਜਾਣ ਤਾਂ ਜੋ ਤੁਸੀਂ ਰਟੇ ਆਨਸਰ ਦੇ ਸਕੋ। ਪਰ ਅਸੀਂ ਉੱਥੇ ਤੁਹਾਡੇ ਸਵਾਲ ਜਾਣਨ ਨਹੀਂ ਸੀ ਆਏ, ਅਸੀਂ ਉੱਥੇ ਕਿਸਾਨਾਂ ਦੇ ਸਵਾਲਾਂ ਦੇ ਜਵਾਬ ਲੈਣ ਦੇ ਲਈ ਆਏ ਸੀਗੇ। ਤੇ ਉਸ ਤੋਂ ਬਾਅਦ ਫਿਰ ਜਦੋਂ ਉਹਨਾਂ ਨੇ ਸਾਰਾ ਚੈੱਕ ਕੀਤਾ ਕਿ ਕੈਮਰੇ ਦੇ ਵਿੱਚ ਕੁਝ ਰਿਕਾਰਡਿੰਗ ਰਹਿ ਤਾਂ ਨਹੀਂ ਗਈ, ਉਸ ਤੋਂ ਬਾਅਦ ਫਿਰ ਸਾਨੂੰ ਸਾਡਾ ਕੈਮਰਾ ਵਾਪਸ ਮਿਲਿਆ। ਪਰ ਇਸ ਦੇ ਨਾਲ ਹੀ ਉੱਥੇ ਸਾਡੇ ਸੈੱਲ ਰੱਖ ਲਏ ਗਏ, ਕਾਰਡਸ ਉੱਥੇ ਰੱਖੇ ਤੇ ਹੋਰ ਵੀ ਸਮਾਨ ਜਿਹੜਾ ਉੱਥੇ ਰਹਿ ਗਿਆ ਸਾਡਾ। ਇਸ ਘਟਨਾ ਤੋਂ ਬਾਅਦ ਮੈਂ ਤਾਂ ਆਪਣਾ ਫੋਨ ਆਫ ਕਰ ਲਿਆ ਸੀ। ਸੁਰਿੰਦਰ ਭਾਈ ਦਾ ਫੋਨ ਵੀ ਅਸੀਂ ਆਫ ਹੀ ਰੱਖਿਆ ਹੋਇਆ ਹੈ। ਤੇ ਇਸ ਤੋਂ ਇਲਾਵਾ ਜਿਹੜੇ ਆਪਾਂ ਕਹਿ ਸਕਦੇ ਹਾਂ ਕਿ ਸਾਡੇ ਜਿਹੜੇ CEO ਨੇ, ਸਾਡੇ ਜਿਹੜੇ ਬੌਸ ਨੇ, ਬਾਕੀ ਸਾਰੀਆਂ ਗੱਲਾਂ ਤਾਂ ਉਹੀ ਦੱਸ ਸਕਦੇ ਨੇ ਕਿ ਉਹਨਾਂ ਨੂੰ ਕੋਈ ਫੋਨ ਆਇਆ ਜਾਂ ਨਹੀਂ ਆਇਆ। ਤੇ ਜੀ ਹਾਂਜੀ ਅਸੀਂ ਕਾਰਵਾਈ ਕਰਾਂਗੇ, ਪੂਰੀ ਟੀਮ ਮੇਰੇ ਨਾਲ ਹੈ। ਹਾਂਜੀ, ਪਰ ਹੱਲੇ ਕੋਈ ਕਾਰਵਾਈ ਕੀਤੀ ਨਹੀਂ ਹੈ, ਪਰ ਇਸ ਤੋਂ ਬਾਅਦ ਹੀ ਨਾਲ ਹੀ FIR ਜ਼ਰੂਰ ਦਰਜ ਕਰਵਾਈ ਜਾਏਗੀ। ਹਾਂਜੀ ਬਾਬਾ ਜੀ, ਇਹ ਜੋ ਸਾਰੀ ਘਟਨਾ ਹੋਈ ਹੈ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ? ਇੱਕ ਲੇਡੀਜ਼ ਖਾਸ ਕਰਕੇ ਜੋ ਕਵਰੇਜ ਕਰ ਰਹੇ ਨੇ ਐਸੇ ਮਾਹੌਲ ਦੇ ਵਿੱਚ ਔਰ ਪੱਤਰਕਾਰਾਂ ਨਾਲ ਐਸੀ ਬਦਸਲੂਕੀ ਹੋ ਰਹੀ ਹੈ, ਸੋ ਇਸ ਸੰਬੰਧੀ ਕੀ ਸੰਸਥਾ ਔਰ ਤੁਸੀਂ ਕੀ ਪੱਖ ਲੈਣ ਜਾ ਰਹੇ ਹੋ? ਇੱਕ ਪਾਸੇ ਤਾਂ ਪੂਰੇ ਪੰਜਾਬ ਦੀ ਜਿਹੜੀ ਇੱਜ਼ਤ ਹੈ ਉਹ ਦਾਅ ਤੇ ਲੱਗੀ ਹੋਈ ਹੈ, ਜੋ ਅਸੀਂ ਕੁੰਡਲੀ ਬਾਰਡਰ ਤੇ ਪਿਛਲੇ 1 ਮਹੀਨੇ ਤੋਂ ਬੈਠੇ ਆ। ਤੇ ਦੂਜੇ ਪਾਸੇ ਉਹੀ ਪੰਜਾਬ ਦੇ, ਅਸੀਂ ਉਹਨਾਂ ਨੂੰ ਪੰਜਾਬ ਦੇ ਵਸਿੰਦੇ ਕਵਾਂਗੇ, ਉਹ ਪੰਜਾਬ ਦੀ ਇੱਜ਼ਤ ਨੂੰ ਤਾਰੋ ਤਾਰ ਕਰਨ ਦੀਆਂ ਕੋਸ਼ਿਸ਼ਾਂ ਜਿਹੜੀਆਂ ਨੇ ਕਰ ਰਹੇ ਨੇ। ਸੋ ਜਿਹੜੀ ਇਹ ਘਟਨਾ ਕਾਂਗਰਸੀ MP ਡਿੰਪੇ ਨੇ ਜਿਹੜੀ ਖਡੂਰ ਸਾਹਿਬ ਤੋਂ ਜਿਹੜੀ ਇਹ ਕੀਤੀ ਹੈ, ਇਹ ਬੜੀ ਸ਼ਰਮਨਾਕ ਘਟਨਾ ਹੈ। ਸੋ ਅਸੀਂ ਹੁਣ ਕਾਂਗਰਸ ਸਰਕਾਰ ਤੋਂ ਪੁੱਛਣਾ ਚਾਹਾਂਗੇ ਵੀ ਕੀ ਤੁਸੀਂ ਜੇ ਰਾਜ ਦੇ ਵਿੱਚ ਤੁਹਾਡੇ MP ਇੱਕ ਔਰਤ ਦੇ ਨਾਲ, ਇੱਕ ਧੀ ਦੇ ਨਾਲ, ਇੱਕ ਭੈਣ ਦੇ ਨਾਲ ਇਦਾਂ ਦੀ ਬਦਸਲੂਕੀ ਕਰਨਗੇ ਤਾਂ ਕੀ ਉਸ ਰਾਜ ਦੇ ਵਿੱਚ, ਪੰਜਾਬ ਦੇ ਵਿੱਚ ਕੀ ਸਾਡੀਆਂ ਧੀਆਂ ਜਾਂ ਭੈਣਾਂ ਜਿਹੜੀਆਂ ਨੇ ਉਹ ਸੇਫ ਨੇ? ਸੋ ਅਸੀਂ ਇਹ ਮੰਗ ਕਰਦੇ ਹਾਂ, ਕਾਂਗਰਸ ਕੋਲੋਂ ਵੀ ਇਹ ਮੰਗ ਕਰਦੇ ਹਾਂ ਵੀ ਉਹ ਆਪਣੀ ਪਾਰਟੀ ਦੇ ਪੱਖੋਂ ਜਲਦੀ ਤੋਂ ਜਲਦੀ ਡਿੰਪੇ ਦੇ ਉੱਪਰ ਜਿਹੜਾ ਐਕਸ਼ਨ ਲਿਆ ਜਾਵੇ। ਦੂਜਾ, ਮੈਂ ਇਹ ਚੈਨਲ ਦੇ ਮਾਧਿਅਮ ਦੁਆਰਾ ਕਿਸਾਨ ਜਥੇਬੰਦੀਆਂ ਨੂੰ ਖਾਸ ਕਰਕੇ ਕਹਿਣਾ ਚਾਹੁੰਦਾ ਵੀ ਜਿਹੜੀਆਂ ਕਿਸਾਨ ਜਥੇਬੰਦੀਆਂ ਸਾਡੀਆਂ ਇੱਥੇ ਬੈਠੀਆਂ ਨੇ ਉਹਨਾਂ ਤੱਕ ਇਹ ਗੱਲ ਪਹੁੰਚ ਚੁੱਕੀ ਹੈ ਤੇ ਪਹੁੰਚਾਈ ਵੀ ਜਾਵੇਗੀ। ਉਹ ਪੂਰੀ ਸਟੇਜ ਤੋਂ ਇਹਦਾ ਐਲਾਨ ਕੀਤਾ ਜਾਵੇ ਤੇ ਜੇ ਕਾਂਗਰਸ ਸਰਕਾਰ ਡਿੰਪੇ ਦੇ ਖਿਲਾਫ ਕੋਈ ਐਕਸ਼ਨ ਪੰਜਾਬ ਦੇ ਵਿੱਚ ਨਹੀਂ ਲੈਂਦੀ, ਅਸੀਂ ਤਾਂ ਜਿਹੜੀ ਕਾਨੂੰਨੀ ਕਾਰਵਾਈ ਕਰਨੀ ਹੈ, ਜੰਤਰ ਮੰਤਰ ਤੇ ਜਾ ਕੇ ਭੈਣ ਨੇ FIR ਦੇਣੀ ਹੈ, ਉਹ ਸਾਡੇ ਕੋਲ ਜੋ ਵਾਹ ਲੱਗੇਗੀ ਅਸੀਂ ਲਾਵਾਂਗੇ। ਭਾਵੇਂ ਸਰਕਾਰਾਂ ਉਹਨਾਂ ਦੀਆਂ ਨੇ, ਪਾਵਰ ਦੇ ਵਿੱਚ ਨੇ, ਪਰ ਕੋਈ ਗੱਲ ਨਹੀਂ, ਜੇ ਪੱਲੇ ਹੋਵੇ ਸੱਚ ਤਾਂ ਕੋਠੇ ਚੜ ਕੇ ਨੱਚ। ਸੋ ਇਹ ਸੱਚ ਜਿਹੜਾ ਕੈਮਰੇ ਦੇ ਵਿੱਚ ਮੌਜੂਦ ਹੈ ਵੀ ਉਹਨੇ ਕਿੱਦਾਂ ਦੀ ਬਦਸਲੂਕੀ ਇਸ ਭੈਣ ਦੇ ਨਾਲ ਕੀਤੀ ਆ। ਤੇ ਜੇ ਅਸੀਂ ਹੁਣ ਕਿਸਾਨ ਜਥੇਬੰਦੀਆਂ ਕੋਲ ਇਹ ਚਾਹੁੰਦੇ ਆ ਵੀ ਜੇ ਕਾਂਗਰਸ ਸਰਕਾਰ ਡਿੰਪੇ ਦੇ ਉੱਪਰ ਜੋ ਢੋਂਗ, ਵੈਸੇ ਤਾਂ ਬਿੱਟੂ ਵੀ ਢੋਂਗ ਕਰ ਰਿਹਾ ਉੱਥੇ ਉਦੋਂ ਦਾ ਬੈਠਾ ਹੈ, ਜੇ ਇਹ ਪੰਜਾਬ ਦੇ ਮਤਲਬ ਹੱਕ ਦੇ ਹੋਣ ਤਾਂ ਜਦੋਂ ਦੇ ਕਿਸਾਨ ਤੁਰੇ, ਜਥੇਬੰਦੀਆਂ ਲੈ ਕੇ ਤੁਰੇ ਨੇ, ਉਦੋਂ ਨੈਗੇਟਿਵ ਬਿਆਨ ਜਿਹੜੇ ਇਹਨਾਂ ਦੇ ਕਿਸਾਨਾਂ ਦੇ ਖਿਲਾਫ ਜਿਹੜੇ ਆ ਰਹੇ ਨੇ। ਸੋ ਜੇ ਕਾਂਗਰਸ ਸਰਕਾਰ ਇਹਦੇ ਉੱਪਰ ਕੋਈ ਕਾਰਵਾਈ ਨਹੀਂ ਕਰੇਗੀ ਤੇ ਅਸੀਂ ਕਿਸਾਨ ਜਥੇਬੰਦੀਆਂ ਤੋਂ ਇਹ ਮੰਗ ਕਰਦੇ ਹਾਂ ਵੀ ਇਸ ਭੈਣ ਨੂੰ ਇਨਸਾਫ ਦਿਵਾਇਆ ਜਾਵੇ ਤੇ ਪੂਰੀ ਕਾਂਗਰਸ ਸਰਕਾਰ ਦਾ ਬਾਈਕਾਟ ਜਿਹੜਾ ਉਹ ਪੰਜਾਬ ਪੱਧਰ ਤੇ ਜਿਹੜਾ ਕੀਤਾ ਜਾਵੇ।
ਕੈਮਰਾਮੈਨ ਤੁਹਾਡੇ ਨਾਲ ਜੋ 20 ਮਿੰਟ ਦਾ ਵਕਤ ਗੁਜ਼ਰਿਆ ਉਸ ਵੇਲੇ ਕੀ ਹਾਲਾਤ ਬਣੇ ਸੀ ਤੁਹਾਡੇ ਨਾਲ, ਔਰ ਤੁਹਾਡੇ ਨਾਲ ਕੋਈ ਕੁੱਟਮਾਰ ਜਾਂ ਐਸੀ ਘਟਨਾ ਕੈਮਰਾ ਦਾ ਖੈਰ ਦਾ ਤੋੜੇਗਾ ਜੀ ਸਰ ਇਸ ਤਰ੍ਹਾਂ ਹੋਈ ਜਿੱਦਾਂ ਅਸੀਂ ਜਾ ਕੀਤਾ ਤਾਂ ਉਹਨਾਂ ਨੇ ਇਹਨਾਂ ਤੇ ਇੱਕਦਮ ਅਟੈਕ ਕੀਤਾ। ਤੁਸੀਂ ਵੀਡੀਓ 'ਚ ਦੇਖਿਆ ਹੋਣਾ, ਇਹਨਾਂ ਨੇ ਜਿੱਦਾਂ ਇਹਨਾਂ ਕੀਤਾ ਉਹ ਨਾਲ ਹੀ ਕੈਮਰੇ ਨੂੰ ਉਹਨਾਂ ਨੇ ਦਬੋਚਣ ਦੀ ਕੋਸ਼ਿਸ਼ ਕੀਤੀ। ਮੇਰੇ ਹੱਥੋਂ ਪਾਈ ਹੋਏ ਪਹਿਲਾਂ ਕੈਮਰਾ ਖੋਰਿਆ, ਮੈਂ ਇਕੱਲਾ ਸੀ ਜਿੱਦਾਂ ਤੇ ਨਹੀਂ ਦਿੱਤਾ। ਉਸ ਤੋਂ ਬਾਅਦ ਉਹ ਜਿਹੜੇ ਚੰਦਨ ਜੀ ਨੇ ਦੱਸਿਆ ਕਿ 2 ਨਾਲ ਹੋਰ ਸੀ, ਉਹ ਕੋਲ ਹੀ ਖੜੇ ਸੀ, ਉਹਨਾਂ ਆਣ ਕੇ ਮੇਰੀਆਂ ਬਾਹਾਂ ਮਰੋੜ ਦਿੱਤੀਆਂ ਤੇ ਕੈਮਰਾ ਖੋਲ ਲਿਆ। ਉਹਨੇ ਕੈਮਰਾ ਥੱਲੇ ਸਿੱਟ ਦਿੱਤਾ ਕਿ ਇਹਦੇ ਵਿੱਚੋਂ ਉਹਨੂੰ ਇਹ ਨਹੀਂ ਸੀ ਪਤਾ ਕਿ ਇਹਦੇ ਵਿੱਚ ਕਾਰਡ ਪੈ ਰਿਹਾ। ਉਹਨੇ ਕਿਹਾ ਪਤਾ ਨਹੀਂ ਕੀ ਆ, ਉਹਨੇ ਕੈਮਰਾ ਤੋੜਨ ਦੀ ਕੋਸ਼ਿਸ਼ ਕੀਤੀ ਪਰ ਕੈਮਰਾ ਮੈਂ ਇੱਕਦਮ ਉਹਨਾਂ ਕੋਲ ਛੁੱਟ ਕੇ ਚੱਕ ਲਿਆ। ਤੇ ਚੰਦਨ ਜੀ ਕਲਪ ਰਹੇ ਸੀਗੇ ਕਿ ਕਿਉਂ ਕਰ ਰਹੇ ਹੋ, ਸਾਡੇ ਕੈਮਰਾਮੈਨ ਨੂੰ ਕਿਉਂ ਕਰ ਰਹੇ ਹੋ, ਤੇ ਪਰ ਉਹਨਾਂ ਨੇ ਕੁਝ ਨਹੀਂ ਇਸ ਗੱਲ ਨੂੰ ਜਿੱਦਾਂ ਨਹੀਂ ਕੀਤਾ। ਉਸ ਤੋਂ ਬਾਅਦ ਦੇ ਵਿੱਚ ਉਹਨਾਂ ਨੇ ਇਹਦਾ ਲੈਪਲ ਜਿੱਦਾਂ ਨਾ ਉੱਤੋਂ ਖਿੱਚ ਲਿਆ, ਲੈਪਲ ਟੁੱਟ ਗਿਆ ਤੇ ਫਿਰ ਮੈਨੂੰ ਕਹਿੰਦੇ ਵੀ ਇਹਦਾ ਡਾਟਾ ਕਿੱਥੇ ਆ, ਡਾਟਾ ਸਾਨੂੰ ਦੇ। ਮੈਂ ਕਿਹਾ ਸਰ ਡਾਟਾ ਮੈਂ ਇੱਦਾਂ ਤੁਹਾਨੂੰ ਕਿੱਦਾਂ ਦੇ ਦਾਂ, ਨਹੀਂ ਤੂੰ ਡਾਟਾ ਸਾਨੂੰ ਦੇ। ਉਹਨਾਂ ਨੇ ਮੇਰੀਆਂ ਬਾਹਾਂ ਪਿੱਛੇ ਕਿਤੇ ਰੱਖੀਆਂ, ਮੈਨੂੰ ਕਹਿੰਦੇ ਵੀ ਉਹਨਾਂ ਦੇ ਘਰ ਅਸੀਂ ਤੁਹਾਨੂੰ ਜਾਣ ਨਹੀਂ ਦੇਣਾ ਜਿੰਨਾ ਚਿਰ ਸਾਡਾ ਡਾਟਾ ਨਾ ਦਿੱਤਾ। ਚਲੋ ਮੈਂ ਕੋਸ਼ਿਸ਼ ਕੀਤੀ ਵੀ ਡਾਟੇ ਨੂੰ ਸੇਵ ਕਰਾਂ ਮੈਂ ਆਪਦੇ ਕੋਲ, ਵੀ ਜਾਣੀ ਕਿ ਇਹੀ ਸਾਡੇ ਨਾਲ ਇੰਨੀ ਘਟਨਾ ਵਾਪਰ ਰਹੀ ਆ ਔਰ ਡਾਟਾ ਸੇਵ ਕਰਾਂ ਮੈਂ ਆਪਣੇ ਕੋਲ। ਮੈਂ ਡਾਟਾ ਕੱਢ ਕੇ ਉਸ ਤੋਂ ਬਾਅਦ ਵਿੱਚ ਮੈਨੂੰ ਕਹਿੰਦੇ ਹਾਂ ਇਹਦੇ ਵਿੱਚ ਕੀ ਹੁੰਦਾ ਫਲਾਨਾ। ਮੈਂ ਕਿਹਾ ਸਰ ਇਹ ਤਾਂ ਸੈੱਲਾਂ ਵਾਲੀ ਡੱਬੀ, ਇਹ 'ਚ ਕੁਝ ਨਹੀਂ ਹੁੰਦਾ। ਫਿਰ ਉਹਨਾਂ ਨੇ ਆਪਣੀ ਇੱਕ ਟੀਮ ਸੱਦੀ, ਜਿਹੜੀ ਉਹਨਾਂ ਦੀ ਮੀਡੀਆ ਟੀਮ ਸੱਦੀ, ਉਹਨਾਂ ਨੂੰ ਸਾਰਾ ਚੈੱਕ ਕਰਾਇਆ, ਇਹਦੇ ਵਿੱਚ ਕੁਛ ਹੈ ਤਾਂ ਨਹੀਂਗਾ ਦੇਖੋ। ਫਿਰ ਉਹਨਾਂ ਨੇ ਕਹਿੰਦੇ ਵੀ ਹਾਂ ਲੈ ਲਾ ਕੈਮਰਾ। ਮੁੜ ਕੇ ਜਦੋਂ ਕੈਮਰਾ ਲੈ ਕੇ ਤੇ ਮੈਂ ਕਿਹਾ ਵੀ ਸਰ ਲੈਪਲ ਵੀ ਇਹ ਮੇਰਾ ਦੇ ਦਿਓ ਤੁਸੀਂ। ਕਹਿੰਦਾ ਲੈਪਲ ਤਾਂ ਮਿਲਣਾ ਜੇ ਸਾਨੂੰ ਡਾਟਾ ਦੇਵੇਂਗਾ, ਪਰ ਐਕਚੁਅਲੀ ਮੇਰੇ ਕੋਲ ਇੱਕ ਕਾਰਡ ਸੀਗਾ। ਮੈਂ ਕਿਹਾ ਸਰ ਆ ਲੈ ਲਓ ਤੁਸੀਂ ਤੇ ਮੇਰਾ ਲੈਪਲ ਮੈਨੂੰ ਦੇ ਦਿਓ। ਉਹਨਾਂ ਨੇ ਉਹ ਕਾਰਡ ਲੈ ਕੇ, ਸੈੱਲ ਸੀਗੇ ਇਹਦੇ ਵਿੱਚ, ਉਹਨਾਂ ਨੇ ਕੱਢ ਲਿਆ ਸੈੱਲ ਲੈ ਕੇ, ਹੋਰ ਸੀ ਥੋੜਾ ਸਮਾਨ ਉਹ ਨਾਲ ਲੈ ਕੇ ਫਿਰ ਸਾਨੂੰ ਜਿੱਦਾਂ ਨਾ 10-15-20 ਮਿੰਟ ਸਾਨੂੰ ਉੱਥੇ ਬਿਠਾਈ ਰੱਖਿਆ ਕਿ ਸਾਨੂੰ ਇੰਨਾ ਕਿ ਜਿੱਦਾਂ ਉਹਨਾਂ ਨੇ ਇੱਕ ਹੋਰ ਫੋਨ ਕੀਤਾ, 5-7 ਮੁੰਡੇ ਹੋਰ ਆ ਗਏ ਸੀ ਤੇ ਲਾਗੇ ਪੁਲਿਸ ਸੀਗੀ ਨਾ। ਉਹਨਾਂ ਨੇ ਪੁਲਿਸ ਨੇ ਸਾਨੂੰ ਕੁਝ ਕਿਹਾ ਨਾ, ਉਹ ਤਮਾਸ਼ਾ ਦੇਖਦੇ ਰਹਿ ਖੜੇ। ਇਹਨਾਂ ਨੇ ਕੋਸ਼ਿਸ਼ ਕੀਤੀ ਚੰਦਨ ਜੀ ਨੇ ਵੀ ਸਾਡਾ ਕੈਮਰਾਮੈਨ ਨੂੰ ਕਰ ਰਿਹਾ, ਤੁਸੀਂ ਕਰੋ ਇਹਨਾਂ ਦਾ, ਯਾਨੀ ਕਿ ਉਹਨਾਂ ਨੂੰ ਛਡਾਓ। ਉਹਨਾਂ ਨੇ ਕੁਝ ਨਹੀਂ ਉਸ ਟਾਈਮ ਉਹਨਾਂ ਨੇ ਕੀਤਾ ਤੇ 20 ਮਿੰਟ ਸਾਨੂੰ ਉੱਥੇ ਯਾਨੀ ਕਿ ਉਹਨਾਂ ਨੇ ਪ੍ਰੈਸ਼ਰ ਦੇ ਥੱਲੇ ਰੱਖਿਆ। ਉਸ ਤੋਂ ਬਾਅਦ ਇਹ ਕਾਫੀ ਕਲਪਿਆ ਵੀ ਕਿੱਦਾਂ ਕਰੀਏ ਹੁਣ। ਮੈਂ ਕਿਹਾ ਵੀ ਆਪਾਂ ਚੱਲੀਏ। ਕਾਫੀ ਉਹਨਾਂ ਨੇ ਸਾਡੇ ਨਾਲ ਜਿੱਦਾਂ ਨਾ ਜਾਸਤੀ ਕੀਤੀ ਸਰ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਚੰਦਨਪ੍ਰੀਤ ਦੀ ਮੰਮੀ ਬੋਲਦੀ ਹਾਂ। ਦੇਖੋ ਜੀ ਤੁਸੀਂ ਇਹ ਸਭ ਕੁਝ ਤੁਸੀਂ ਵੇਖ ਲਿਆ, ਆਪਣੀ ਅੱਖੀ ਵੇਖਿਆ ਹੈ ਜੋ ਕੁਝ ਵੀ ਹੋਇਆ ਹੈ। ਇਹ ਬੱਚੀ ਦੇ ਉੱਤੇ ਜੋ ਕੁਝ ਕੀਤਾ ਹੈਗਾ, ਵੱਡੇ ਵੱਡੇ ਐਮਪੀ ਬਣਦੇ ਆ, ਐਮਪੀ ਕਿਹਨਾਂ ਦੇ ਬਣਾਏ ਬਣਦੇ ਆ, ਸਾਡੇ ਬਣਾਏ ਬਣਦੇ ਆ ਨਾ। ਤੇ ਉਹ ਸਾਡੇ ਬੱਚਿਆਂ ਨੂੰ ਇਦਾਂ ਕਰਦੇ ਆ ਜਿਵੇਂ ਵੀ ਇਹਨਾਂ ਦਾ ਕੋਈ ਹੈ ਨਹੀਂ। ਅਸੀਂ ਮਾਂ ਪਿਓ ਉਹਦੇ ਥੰਮ ਭਰ ਕੇ ਖੜੇ ਹੋਏ ਆ ਉਹਨਾਂ ਦੇ ਪਿੱਛੇ। ਸਾਡੀਆਂ ਬੱਚੀਆਂ ਪੁੱਤਰਾਂ ਵਰਗੀਆਂ ਨੇ। ਇਹ ਜੇ ਕੁਝ ਵੀ ਮਰਜ਼ੀ ਕਰਨੇ ਇਹ ਹਟਣਗੀਆਂ ਨਹੀਂ, ਪਿੱਛੇ ਨਹੀਂ ਹਟਣਗੀਆਂ। ਇਹ ਕਿਸਾਨ ਅੰਦੋਲਨ ਵਿੱਚ ਆਈ ਹੈ, 26 ਤਰੀਕ ਦੀ ਆਈ ਹੋਈ ਹੈ, ਕਿਸਾਨਾਂ ਦੇ ਨਾਲ ਹੈ। ਜਿਹੜੇ ਮਰਜ਼ੀ ਕਿਸਾਨ ਤੋਂ ਪੁੱਛੋ ਇਹਨੇ ਕਿਹੜੀ ਗਲਤ ਗੱਲ ਕਹੀ ਕਿਸੇ ਨੂੰ, ਉਹਨੂੰ ਕਿਸਾਨਾਂ ਬਾਰੇ ਪੁੱਛਿਆ ਗਿਆ ਸੀ ਨਾ। ਕਿਸਾਨਾਂ ਬਾਰੇ ਪੁੱਛਿਆ ਤੇ ਉਹਨੇ ਕਿਹਾ ਮੇਰੇ ਬਾਰੇ ਪੁੱਛ। ਮੈਂ ਕਿਸਾਨਾਂ ਬਾਰੇ ਕੁਝ ਨਹੀਂ ਦੱਸਣਾ, ਮੇਰੇ ਬਾਰੇ ਪੁੱਛ। ਤੂੰ ਕੀ ਕੀਤਾ ਕਿਸਾਨਾਂ ਦਾ, ਕਿੱਥੇ ਕੀ ਕਰ ਲਿਆ ਤੂੰ? ਕਿਸਾਨਾਂ ਦੇ ਪਿੱਛੇ ਆ ਕੇ ਬੈਠਦਾ ਨਾ, ਫਿਰ ਪਤਾ ਲੱਗਦਾ। ਉੱਥੇ ਰਜਾਈਆਂ 'ਚ ਗੱਦਿਆਂ 'ਚ ਬੈਠ ਕੇ ਸਵੇਰੇ ਸ਼ਾਮ ਬੈਠਦੇ, ਰਾਤ ਨੂੰ ਹੀਟਰ ਵਾਲੇ ਕਮਰਿਆਂ 'ਚ ਜਾ ਵੜਦੇ ਹੋ ਤੁਸੀਂ। ਕਿਹੜੇ ਤੁਸੀਂ ਕਿਸਾਨਾਂ ਮਗਰ ਬੈਠੇ ਹੋ? ਤੁਸੀਂ ਪਤਾ ਆ ਕੇ ਵੇਖੋ ਜਿਹੜੇ ਸੜਕਾਂ ਤੇ ਬੈਠੇ ਕਿਸਾਨ, ਉਹਨਾਂ ਦੇ ਨਾਲ ਬੈਠੋ, ਟਰਾਲੀਆਂ 'ਚ ਸਰਦ ਰਾਤਾਂ ਗੁਜ਼ਾਰ ਰਹੇ ਨੇ, ਉਹਨਾਂ ਦੇ ਮਗਰ ਬੈਠੋ। ਤੁਹਾਡਾ ਪਤਾ ਲੱਗਾ ਵੀ ਤੁਸੀਂ ਕਿਸਾਨਾਂ ਦੇ ਨਾਲ ਹੋ। ਤੂੰ ਕੀ ਕੀਤਾ ਕਿਸਾਨਾਂ ਵਾਸਤੇ? ਤੂੰ ਜਿਹੜਾ ਬੋਲਦਾ ਵੀ ਇਹ ਧੀਆਂ ਤੇ ਲੈਕਚਰ ਦਿੰਦੇ ਆ, ਧੀ ਬਚਾਓ ਧੀ ਪੜਾਓ। ਕਿਹੜੀ ਸੇਫਟੀ ਸਾਡੇ ਧੀਆਂ ਵਾਸਤੇ ਹੈਗੀ? ਕੋਈ ਸੇਫਟੀ ਸਾਡੇ ਧੀਆਂ ਵਾਸਤੇ? ਇਹ ਆਪ ਐਮਪੀ ਏਦਾਂ ਕਰਨਗੇ? ਇਹਨਾਂ ਐਮਪੀ ਗੁੰਡਿਆਂ ਦੇ ਹੱਥ ਰਾਜ ਦਿੱਤਾ, ਦੇਸ਼ ਦਿੱਤਾ ਹੋਇਆ ਹੈ। ਸਾਡੀਆਂ ਧੀਆਂ ਦਾ ਕੀ ਬਣੇਗਾ? ਇਹਨੂੰ ਜਿੰਨੀ ਵੀ ਸਖਤ ਤੋਂ ਸਖਤ ਸਜ਼ਾ ਮਿਲਣੀ ਚਾਹੀਦੀ ਹੈ। ਇਸਨੂੰ ਵਾਹਿਗੁਰੂ ਜੀ ਕਾ ਖਾਲਸਾ। ਬਿਲਕੁਲ ਜੀ, ਦੱਸਦੀ ਹੈ ਚੰਦਨਪ੍ਰੀਤ ਸਾਡੀ ਜਿਹੜੀ ਰੌਣਕ ਪੰਜਾਬ ਟੀਵੀ ਚੈਨਲ ਦੀ ਜੰਝਾਰੂ ਪੱਤਰਕਾਰ। ਇਹ 25 ਤਰੀਕ ਤੋਂ ਹੀ ਨਾਲ ਜਿਹੜੀ ਜੂਝ ਰਹੀ ਹੈ ਹਨਾ। ਸਾਰੇ ਪੱਤਰਕਾਰ ਵੈਸੇ ਲੱਗੇ ਹੋਏ ਆ। ਪਹਿਲੀ ਪੱਤਰਕਾਰ ਆ ਜਿਹੜੀ ਦਿਨ ਰਾਤ ਇੱਥੇ ਅਣਥੱਕ ਮਿਹਨਤ ਕਰ ਰਹੀ ਹੈ ਤੇ ਇਹ ਪੈ ਵੀ ਟਰਾਲੀਆਂ 'ਚ ਰਹੀ ਆ। ਦੇਖੋ ਇਹ ਪਹਿਲੀ ਪੱਤਰਕਾਰ ਐਸੀ ਆ ਜਿਹੜੀ ਇਸ ਤਰ੍ਹਾਂ ਜੂਝ ਰਹੀ ਆ। ਤੇ ਵੇਖੋ ਇੱਕ ਜਿਹੜੀ ਪੱਤਰਕਾਰ ਨੂੰ ਇਸ ਤਰ੍ਹਾਂ ਕਰਨਾ ਤੇ ਬਹੁਤ ਮੰਦਭਾਗੀ ਘਟਨਾ ਤਾਂ ਹੈਗੀ ਆ। ਉਹ ਪੱਤਰਕਾਰ ਦੇ ਨਾਲ ਇਸ ਤਰ੍ਹਾਂ ਕਰ ਸਕਦੇ ਆ ਜਿਹੜਾ ਕੈਮਰੇ ਦੇ ਵਿੱਚ ਸਾਰਾ ਕੁਝ ਆ ਗਿਆ। ਜਿਹੜੇ ਆਮ ਲੋਕ ਹੋਣਗੇ, ਆਮ ਧੀਆਂ ਭੈਣਾਂ ਹੋਣਗੀਆਂ ਸਾਡੀਆਂ ਪੰਜਾਬ ਦੀਆਂ, ਉਹਨਾਂ ਦਾ ਕੀ ਬਣਦਾ ਹੋਊਗਾ? ਦਿੱਲੀ ਦੇ ਵਿੱਚ ਆ ਕੇ ਇਸ ਤਰ੍ਹਾਂ ਕਰਨਾ, ਹਾਲਾਂਕਿ ਉਹਨਾਂ ਦਾ ਫਰਜ਼ ਬਣਦਾ ਸੀ ਇਹਨਾਂ ਦੀ ਰੱਖਿਆ ਕਰਨਾ, ਤਾਂ ਉਹਨਾਂ ਨੇ ਇਹਨਾਂ ਨੂੰ ਸਿੱਧੇ ਤੌਰ ਤੇ ਹੱਥ ਪਾ ਲਿਆ। ਜਿਹੜੀਆਂ ਸਾਡੀਆਂ ਪੰਜਾਬ ਦੇ ਵਿੱਚ ਧੀਆਂ ਹੋਣਗੀਆਂ ਉਹਨਾਂ ਦਾ ਕੀ ਬਣਦਾ ਹੋਊਗਾ? ਠੀਕ ਹੈ ਜੀ। ਇਸ ਤੋਂ ਪਹਿਲਾਂ ਇੱਕ ਹੋਰ ਲੀਡਰ ਸੀ, ਉਹਦੇ ਨਾਲ ਵੀ ਜਿਹੜੀ ਚੰਦਨਪ੍ਰੀਤ ਇੰਟਰਵਿਊ ਕਰਦੀ ਸੀ ਤੇ ਉਹਨਾਂ ਨੇ ਵੀ ਇਹਨਾਂ ਦੇ ਨਾਲ ਬਦਤਮੀਜ਼ੀ